वाहेगुरु जी का खालसा वाहेगुरु जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ। ਪੰਨਾ ਨੰਬਰ 151। ਮਾਰਚ 1761 ਵਿੱਚ ਅਬਦਾਲੀ ਨੇ ਆਪਣੇ ਵਤਨ ਵੱਲ ਕੂਚ ਕਰ ਦਿੱਤਾ। ਜਿਉਂ ਹੀ ਅਬਦਾਲੀ ਨੇ ਸਤਲੁਜ ਪਾਰ ਕੀਤਾ, ਸਿੱਖਾਂ ਨੇ ਉਸ ਨੂੰ ਘੇਰ ਲਿਆ। ਲੁੱਟ ਦਾ ਮਾਲ ਨਾਲ ਲੱਦੇ ਹੋਏ ਤੇ ਲੜਾਈ ਲੜ ਥੱਕੇ ਹੋਏ ਪਠਾਨ ਸਿੱਖ ਦਲਾਂ ਦਾ ਕੁਝ ਨਾ ਕਰ ਸਕੇ। ਜਦੋਂ 20 ਜਾਂ 30 ਘੋੜਸਵਾਰ ਅਚਾਨਕ ਹੀ ਕਿਸੇ ਪਾਸਿਓਂ ਆ ਕੇ ਝਪਟਾ ਮਾਰਦੇ, ਬੰਦੂਕਾਂ ਚਲਾਉਂਦੇ ਤੇ ਫਿਰ ਜੰਗਲਾਂ ਵਿੱਚ ਘੋੜੇ ਦੁੜਾ ਕੇ ਲੁਕ ਜਾਂਦੇ। ਹਰ ਰਾਤ ਹੀ ਅਬਦਾਲੀ ਨੂੰ ਕੱਚੇ ਮੋਰਚੇ ਬਣਾਉਣੇ ਪੈਂਦੇ ਤੇ ਸਿਪਾਹੀਆਂ ਦੀ ਇੱਕ ਪਾਲ ਨਾਲ ਆਪਣੇ ਡੇਰੇ ਦੀ ਰੱਖਿਆ ਕਰਨੀ ਪੈਂਦੀ। ਹਰ ਰਾਤ ਹੀ ਸਿੱਖ ਅਫਗਾਨਾਂ ਦੀ ਮੋਰਚਾਬੰਦੀ ਤੋੜ ਕੇ ਅਫਗਾਨਾਂ ਦੇ ਸੁਪਨਿਆਂ ਨੂੰ ਡਰਾਉਣੇ ਬਣਾ ਦਿੰਦੇ। ਇਸ ਤਰ੍ਹਾਂ ਸਿੰਧ ਦਰਿਆ ਤੱਕ ਇਹ ਸਿਲਸਿਲਾ ਜਾਰੀ ਰਿਹਾ। ਉਹਨਾਂ ਨੇ ਅਬਦਾਲੀ ਦੀ ਲੁੱਟ ਦਾ ਮਾਲ ਲੁੱਟ ਕੇ ਉਸ ਨੂੰ ਕਾਫੀ ਹਲਕਾ ਕਰ ਦਿੱਤਾ। ਉਹਨਾਂ ਨੇ ਲਗਭਗ 2000 ਬੰਦੂ ਬਣਾਇਆ। ਹਿੰਦੂ ਇਸਤਰੀਆਂ ਨੂੰ ਵੀ ਛੁਡਵਾਇਆ, ਆਜ਼ਾਦ ਕਰਵਾਇਆ, ਜਿਹੜੀਆਂ ਅਬਦਾਲੀ ਅਫਗਾਨਾਂ ਦੇ ਹਰਮਾਂ ਲਈ ਲਿਜਾ ਰਿਹਾ ਸੀ। ਜਦੋਂ ਅਬਦਾਲੀ ਨੂੰ ਸਿੰਧ ਪਾਰ ਟਪਾ ਦਿੱਤਾ ਗਿਆ ਤਾਂ ਸਿੱਖ ਕਿਲਿਆਂ ਵਿੱਚ ਉਹਦੀ ਪਿੱਛੇ ਛੱਡੀ ਹੋਈ ਫੌਜ ਨੂੰ ਕੱਢਣ ਲਈ ਤਿਆਰ ਹੋ ਗਏ। ਪਹਿਲੀ ਟੱਕਰ ਮਿਰਜ਼ਾ ਜਾਨ ਨਾਲ ਹੋਈ, ਜਿਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਮਗਰੋਂ ਨੂਰਉੱਦੀਨ ਨਾਲ ਮੁਕਾਬਲਾ ਹੋਇਆ, ਜਿਸ ਨੂੰ ਅਬਦਾਲੀ ਨੇ ਪੰਜਾਬ ਦੇ ਸੂਬੇਦਾਰ ਉਬੈਦ ਖਾਂ ਦੀ ਸਹਾਇਤਾ ਨਾਲ ਸਿੱਖਾਂ ਨਾਲ ਨਿਪਟਣ ਲਈ ਨਿਯੁਕਤ ਕੀਤਾ ਸੀ। ਉਬੈਦ ਖਾਂ ਤਾਂ ਚਨਾਬ ਤੋਂ ਅੱਗੇ ਨਾ ਆ ਸਕਿਆ। ਚੜਤ ਸਿੰਘ ਸ਼ੁਕਰ ਚੱਕੀਆ ਉਸ ਨੂੰ ਸਾਰਾ ਰਾਹ ਪਰੇਸ਼ਾਨ ਕਰਦਾ ਰਿਹਾ ਤੇ ਅਖੀਰ ਉਸ ਨੂੰ ਉੱਥੋਂ ਨਠਾ ਦਿੱਤਾ। ਉਸ ਨੇ ਸਿਆਲਕੋਟ ਦੇ ਕਿਲੇ 'ਚ ਸ਼ਰਨ ਲਈ। ਸਰਦਾਰਾਂ ਨੇ ਸਿਆਲਕੋਟ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਘੇਰਾ ਉਦੋਂ ਹੀ ਉਠਾਇਆ ਜਦੋਂ ਅਫਗਾਨਾਂ ਨੇ ਚੁੱਪਚਾਪ ਉੱਥੋਂ ਚਲੇ ਜਾਣ ਦੀ ਸਹਿਮਤੀ ਪ੍ਰਗਟ ਕੀਤੀ। ਅਫਗਾਨਾਂ ਵਿਰੁੱਧ ਹਮਲੇ ਵਾਲੇ ਆਗੂਆਂ ਵਿੱਚ ਚੜਤ ਸਿੰਘ ਸ਼ੁਕਰ ਚੱਕੀਆ ਇੱਕ ਉੱਘਾ ਨੇਤਾ ਸੀ। ਉਬੈਦ ਖਾਂ ਨੇ ਉਸ ਦਾ ਕੰਡਾ ਕੱਢਣ ਲਈ ਸ਼ੁਕਰ ਚੱਕੀਆ ਸਰਦਾਰ ਦੇ ਗੁਜਰਾਂਵਾਲੇ ਕਿਲੇ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ। ਜਿਉਂ ਹੀ ਅਫਗਾਨਾਂ ਨੇ ਗੁਜਰਾਂਵਾਲੇ ਦੇ ਕਿਲੇ ਨੂੰ ਘੇਰਾ ਪਾਇਆ ਤਾਂ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਜੈ ਸਿੰਘ ਘਨੱਈਆ ਤੇ ਹੋਰ ਦੂਸਰੇ ਸਿੱਖ ਮਿਸਲਦਾਰਾਂ ਨੇ ਉਸ ਨੂੰ ਆ ਘੇਰਿਆ ਤੇ ਕਿਲੇ ਉਦਾਲਿਓਂ ਘੇਰਾ ਉਠਾਉਣ ਤੇ ਅਫਗਾਨਾਂ ਨੂੰ ਮਜਬੂਰ ਕਰ ਦਿੱਤਾ। ਉਬੈਦ ਖਾਂ ਬੜੀ ਮੁਸ਼ਕਿਲ ਨਾਲ ਬਚ ਕੇ ਨਿਕਲਿਆ। ਉਹ ਆਪਣੀਆਂ ਤੋਪਾਂ ਤੇ ਭਾਰੀ ਤੋਪਖਾਨਾ ਸਿੱਖਾਂ ਦੇ ਹੱਥਾਂ ਵਿੱਚ ਛੱਡ ਗਿਆ। ਹੁਣ ਲਾਹੌਰ ਜਾਣ ਦਾ ਰਾਹ ਖੁੱਲ੍ਹਾ ਸੀ। 1761 ਦੀ ਦੀਵਾਲੀ ਅੰਮ੍ਰਿਤਸਰ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਗਈ। ਸਰਬੱਤ ਖਾਲਸੇ ਨੇ ਇੱਕ ਵਾਰ ਫਿਰ ਲਾਹੌਰ ਤੇ ਕਬਜ਼ਾ ਕਰਨ ਦਾ ਮਤਾ ਪਕਾਇਆ ਤੇ ਪੰਜਾਬ ਨੂੰ ਗਦਾਰਾਂ ਤੇ ਵਿਦੇਸ਼ੀਆਂ ਤੋਂ ਆਜ਼ਾਦ ਕਰਵਾਉਣ ਦਾ ਗੁਰਮਤਾ ਪਾਸ ਕੀਤਾ। ਸਿੱਖਾਂ ਦੇ ਸਵਾਗਤ ਲਈ ਲਾਹੌਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੀ ਅਗਵਾਈ ਕਰਦਾ ਹੋਇਆ ਲਾਹੌਰ ਵਿੱਚ ਦਾਖਲ ਹੋਇਆ। ਭਾਵੇਂ ਸਿੱਖ ਰਾਸ਼ਟਰ ਸੰਗਠਨ ਵਿੱਚ ਬਾਦਸ਼ਾਹਤ ਦਾ ਕੋਈ ਥਾਂ ਨਹੀਂ ਸੀ, ਜੱਸਾ ਸਿੰਘ ਕਲਾਲ, ਜਿਸ ਨੂੰ ਸਤਿਕਾਰ ਵਜੋਂ ਪਾਤਸ਼ਾਹ ਕਿਹਾ ਜਾਂਦਾ ਸੀ, ਹੁਣ ਸਹੀ ਅਰਥਾਂ ਵਿੱਚ ਸੁਲਤਾਨ ਉਲ ਕੌਮ ਬਣ ਗਿਆ। ਲਾਹੌਰ ਦੀ ਜਿੱਤ ਦੀ ਖੁਸ਼ੀ ਵਿੱਚ ਨਵਾਂ ਸਿੱਕਾ ਚਲਾਇਆ ਗਿਆ। ਸਿੱਕੇ ਉੱਪਰ ਲੇਖ ਸੀ ਜੋ 51 ਸਾਲ ਪਹਿਲਾਂ ਜੇਤੂ ਬੰਦਾ ਬਹਾਦਰ ਨੇ ਆਪਣੇ ਸਿੱਕਿਆਂ ਤੇ ਵਰਤਿਆ ਸੀ। ਸਿੱਖਾਂ ਨੇ ਵਿਧੀ ਪੂਰਵਕ ਅਫਗਾਨਾਂ ਨੂੰ ਕੱਢਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਕੁਝ ਹਫ਼ਤਿਆਂ ਵਿੱਚ ਹੀ ਸਤਲੁਜ ਤੋਂ ਲੈ ਕੇ ਸਿੰਧ ਤੱਕ ਸਾਰਾ ਸੂਬਾ ਉਹਨਾਂ ਦੇ ਅਧੀਨ ਆ ਗਿਆ। ਕੁਝ ਹੀ ਖੇਤਰ ਖਾਲੀ ਕਰਨੋਂ ਰਹਿ ਗਏ ਸਨ। ਉਹਨਾਂ ਵਿੱਚ ਉਬੈਦ ਖਾਂ, ਜਿਸ ਨੇ ਆਪਣੇ ਆਪ ਨੂੰ ਲਾਹੌਰ ਦੇ ਕਿਲੇ ਵਿੱਚ ਅੰਦਰੋਂ ਬੰਦ ਕਰ ਲਿਆ ਸੀ, ਰਾਜਾ ਘੁਮੰਡ ਚੰਦ ਕਟੋਚ, ਜੋ ਅਬਦਾਲੀ ਦਾ ਨੌਕਰ ਬਣ ਕੇ ਹੁਣ ਪਹਾੜੀ ਇਲਾਕੇ ਵਿੱਚ ਸੀ, ਤੇ ਜੰਡਿਆਲੇ ਦੇ ਨਿਰੰਜਣੀਏ, ਜਿਹੜੇ ਰਵਾਇਤੀ ਤੌਰ ਤੇ ਹੀ ਅਬਦਾਲੀ ਦੇ ਸਾਥੀ ਸਨ,
ਸਿੱਖਾਂ ਦੇ ਅਧੀਨ ਹੋਣੋਂ ਬਚ ਗਏ ਸਨ। ਉਹਨਾਂ ਦੇ ਹੋਰ ਸ਼ਕਤੀ ਪਕੜਨ ਤੋਂ ਪਹਿਲਾਂ ਅਬਦਾਲੀ ਦੇ ਫਿਰ ਇੱਕ ਵਾਰ ਹਮਲਾ ਕਰਨ ਦੀ ਉਮੀਦ ਦੀਆਂ ਖਬਰਾਂ ਪਹੁੰਚ ਗਈਆਂ। ਇਸ ਵਾਰ ਉਹਦਾ ਮਨੋਰਥ ਸਿੱਖਾਂ ਦੀ ਤਾਕਤ ਨੂੰ ਖਤਮ ਕਰਨਾ ਸੀ। 1762 ਵਿੱਚ 6ਵਾਂ ਅਫਗਾਨ ਹਮਲਾ ਵੱਡਾ ਘੱਲੂਘਾਰਾ। ਲਾਹੌਰ ਸ਼ਹਿਰ ਵਿਚਲਾ ਕਿਲਾ ਅਫਗਾਨਾਂ ਦੇ ਹੱਥ ਵਿੱਚ ਸੀ। ਲਾਹੌਰ ਦੇ ਕਿਲੇ ਵਿਚਲੇ ਅਫਗਾਨਾਂ ਤੇ ਉੱਤਰ ਪੱਛਮ ਵੱਲੋਂ ਆ ਰਹੇ ਅਫਗਾਨਾਂ ਵਿਚਕਾਰ ਫਸ ਜਾਣ ਤੋਂ ਬਚਣ ਲਈ ਜੱਸਾ ਸਿੰਘ ਨੇ ਲਾਹੌਰ ਖਾਲੀ ਕਰ ਦਿੱਤਾ ਤੇ ਉਸ ਨੇ ਜੰਡਿਆਲਾ ਦਾ ਘੇਰਾ ਵੀ ਖਤਮ ਕਰਨ ਦਾ ਹੁਕਮ ਦੇ ਦਿੱਤਾ। ਉਸ ਨੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਉਹ ਆਪਣੇ ਬੀਵੀ ਬੱਚਿਆਂ ਨੂੰ ਹਰਿਆਣੇ ਦੇ ਥਲਾਂ ਵਿੱਚ ਛੱਡ ਆਉਣ ਤੇ ਫਿਰ ਆ ਕੇ ਆਪਣਾ ਕਰਤੱਵ ਨਿਭਾਉਣ। ਅਬਦਾਲੀ ਨੇ ਲਾਹੌਰ ਤੇ ਮੁੜ ਅਧਿਕਾਰ ਕਰ ਲਿਆ। ਜਦੋਂ ਉਸ ਨੂੰ ਇਹ ਖਬਰ ਮਿਲੀ ਕਿ ਬਹੁਤ ਸਾਰੇ ਸਿੱਖ ਦੱਖਣ ਵੱਲ ਜਾ ਰਹੇ ਹਨ ਤਾਂ ਉਹ ਝੱਟ ਉਹਨਾਂ ਦਾ ਪਿੱਛਾ ਕਰਦਾ ਹੋਇਆ ਤੁਰ ਪਿਆ। ਉਸ ਨੇ 2 ਦਿਨਾਂ ਵਿੱਚ 150 ਮੀਲ ਦਾ ਪੈਂਡਾ ਕਰਕੇ ਸਿੱਖਾਂ ਨੂੰ ਕੁੱਪ ਦੇ ਮੈਦਾਨ ਵਿੱਚ ਜਾ ਘੇਰਿਆ। ਇਹ ਬਿਲਕੁਲ ਨਾ ਬਰਾਬਰੀ ਦੀ ਲੜਾਈ ਸੀ। 30,000 ਸਿੱਖਾਂ ਚੋਂ ਵਧੇਰੇ ਤਾਂ ਗੈਰ ਲੜਾਕੂ ਭਾਵ ਬੁੱਢੇ ਬੱਚੇ ਤੇ ਤੀਵੀਆਂ ਸਨ। ਸਿੱਖ ਘੋੜਸਵਾਰ ਆਪਣੇ ਮਨਪਸੰਦ ਦੇ ਲੜਾਈ ਦੇ ਢੰਗਾਂ ਮਾਰੋ ਤੇ ਭੱਜ ਜਾਓ ਦੀ ਵਰਤੋਂ ਨਾ ਕਰ ਸਕੇ। ਉਹਨਾਂ ਨੂੰ ਰਣ ਖੇਤਰ ਵਿੱਚ ਅਫਗਾਨਾਂ ਨਾਲ ਲੜਨ ਲਈ ਮਜਬੂਰ ਹੋਣਾ ਪਿਆ। ਹੱਥੋਂ ਹੱਥ ਦੀ ਲੜਾਈ ਵਿੱਚ ਅਫਗਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸਿੱਖ ਸੈਨਾ ਨੇ ਆਪਣੇ ਬੱਚਿਆਂ ਤੇ ਇਸਤਰੀਆਂ ਨੂੰ ਵਹੀਰ ਦੇ ਵਿਚਕਾਰ ਰੱਖਿਆ ਤੇ ਆਪ ਇੱਕ ਜਿਉਂਦੇ ਜਾਗਦੇ ਕਿਲੇ ਦਾ ਰੂਪ ਬਣਾ ਕੇ ਦੋਹੇ ਪਾਸੇ ਸੈਨਿਕਾਂ ਦੀਆਂ ਪੰਗਤੀਆਂ ਬਣਾ ਕੇ ਲੜਦੇ ਹੋਏ ਕੁੱਪ ਤੋਂ ਬਰਨਾਲੇ ਵੱਲ ਤੁਰ ਪਏ। ਉਹਨਾਂ ਨੂੰ ਉਮੀਦ ਸੀ ਕਿ ਆਲਾ ਸਿੰਘ ਪਟਿਆਲਾ ਉੱਥੇ ਉਹਨਾਂ ਦੀ ਸਹਾਇਤਾ ਕਰੇਗਾ। ਸਿੱਖਾਂ ਦਾ ਅਫਗਾਨਾਂ ਨੇ ਭਾਰੀ ਨੁਕਸਾਨ ਕੀਤਾ ਤੇ ਉਸ ਸਮੇਂ ਹੀ ਉਹਨਾਂ ਦਾ ਪਿੱਛਾ ਕਰਨਾ ਛੱਡਿਆ। ਜਦੋਂ ਰਾਤ ਪੈ ਗਈ ਤੇ ਉਹ ਸਿੱਖਾਂ ਨੂੰ ਮਾਰਦੇ ਮਾਰਦੇ ਥੱਕ ਗਏ। ਸਿੱਖਾਂ ਦੀਆਂ ਮੁਸੀਬਤਾਂ ਖਤਮ ਨਹੀਂ ਹੋਈਆਂ ਸਨ। ਜਿਹੜੇ ਸਿੱਖ ਅਫਗਾਨਾਂ ਤੋਂ ਬਚ ਗਏ ਸਨ ਉਹਨਾਂ ਨੂੰ ਬਰਾੜਾਂ ਦੇ ਕਬੀਲਿਆਂ ਨਾਲ ਮੁਕਾਬਲਾ ਕਰਨਾ ਪਿਆ ਸੀ ਜੋ ਉਹਨਾਂ ਵਿਰੁੱਧ ਉੱਠ ਖੜੇ ਹੋਏ ਸਨ। ਸਿੱਖ ਇਤਿਹਾਸਕਾਰ ਰਤਨ ਸਿੰਘ ਭੰਗੂ ਅਨੁਸਾਰ ਕੋਈ ਇੱਕ ਵੀ ਸਿੱਖ ਐਸਾ ਨਹੀਂ ਸੀ ਜੋ ਜ਼ਖਮੀ ਨਾ ਹੋਇਆ ਹੋਵੇ। ਹਰ ਇੱਕ ਦੇ ਸਰੀਰ ਤੇ ਕੋਈ ਨਾ ਕੋਈ ਜ਼ਖਮ ਸੀ। ਫਰਵਰੀ 1762 ਦੀ ਤਬਾਹੀ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅਬਦਾਲੀ ਸਿੱਖਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਤੇ ਸੈਂਕੜੇ ਸਿੱਖਾਂ ਨੂੰ ਸੰਗਲਾਂ ਵਿੱਚ ਕੈਦ ਕਰਕੇ ਲਾਹੌਰ ਮੁੜਿਆ। ਫੋਰਸਟਰ ਅਨੁਸਾਰ ਮੀਨਾਰ ਉਸਾਰੇ ਗਏ ਤੇ ਉਹਨਾਂ ਨੂੰ ਕਤਲ ਕੀਤੇ ਗਏ ਸਿੱਖਾਂ ਦੇ ਸਿਰਾਂ ਨਾਲ ਢਕਿਆ ਗਿਆ ਤੇ ਇਹ ਵੀ ਲਿਖਿਆ ਗਿਆ ਕਿ ਜਿਹੜੀਆਂ ਮਸਜਿਦਾਂ ਸਿੱਖਾਂ ਨੇ ਨਾਪਾਕ ਕਰ ਦਿੱਤੀਆਂ ਸਨ ਉਹਨਾਂ ਦੀਆਂ ਕੰਧਾਂ ਉਸ ਦੇ ਸਿੱਖਾਂ ਦੇ ਲਹੂ ਨਾਲ ਧੁਆ ਦਿੱਤੀਆਂ ਤਾਂ ਜੋ ਭਿੱਟ ਜਾਂ ਛੂਤ ਦੂਰ ਹੋ ਜਾਵੇ ਤੇ ਮੁਹੰਮਦ ਦੇ ਧਰਮ ਦਾ ਅਪਮਾਨ ਸਾਫ਼ ਕਰਕੇ ਧੋਤਾ ਜਾ ਸਕੇ। ਅਬਦਾਲੀ ਲਾਹੌਰ ਤੋਂ ਅੰਮ੍ਰਿਤਸਰ ਗਿਆ। ਹਰਮੰਦਰ ਸਾਹਿਬ ਨੂੰ ਫਿਰ ਬਰੂਦ ਨਾਲ ਉਡਾ ਦਿੱਤਾ ਗਿਆ ਤੇ ਸਰੋਵਰ ਨੂੰ ਗਊਆਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਗਿਆ। ਅਬਦਾਲੀ ਨੇ ਸਾਲ ਦਾ ਬਾਕੀ ਸਮਾਂ ਲਾਹੌਰ ਗੁਜ਼ਾਰਿਆ। ਕੁਝ ਸਮਾਂ ਠੰਡੇ ਪ੍ਰਾਂਤ ਕਸ਼ਮੀਰ ਵਿੱਚ ਬਤੀਤ ਕੀਤਾ। ਉਸ ਨੇ ਮਰਾਠਿਆਂ ਨੂੰ ਸੁਲ੍ਹਾ ਦੀ ਪੇਸ਼ਕਸ਼ ਕੀਤੀ। ਸ਼ਾਹ ਆਲਮ ਨੂੰ ਦਿੱਲੀ ਦੇ ਸਮਰਾਟ ਵਜੋਂ ਮੁੜ ਬਹਾਲ ਕੀਤਾ ਤੇ ਜੰਮੂ ਦੇ ਰਾਜੇ ਦੀ ਕਸ਼ਮੀਰ ਜਿੱਤਣ ਵਿੱਚ ਸਹਾਇਤਾ ਕੀਤੀ। ਉਸ ਨੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਆਪਣੀਆਂ ਜ਼ਮੀਨਾਂ ਤੇ ਮੁੜ ਸ਼ਾਂਤੀ ਨਾਲ ਆਬਾਦ ਹੋਣ ਲਈ ਉਤਸ਼ਾਹਿਤ ਕੀਤਾ। ਉਸ ਨੇ ਸਿੱਖਾਂ ਨੂੰ ਮਾਫ਼ ਨਾ ਕੀਤਾ ਤੇ ਉਹਨਾਂ ਨੇ ਮਾਫ਼ੀ ਵੀ ਨਾ ਮੰਗੀ। ਘੱਲੂਘਾਰੇ ਤੇ ਹਰਮੰਦਰ ਦੀ ਤਬਾਹੀ ਨੇ ਉਹਨਾਂ ਵਿੱਚ ਅਫਗਾਨਾਂ ਵਿਰੁੱਧ ਲੜਨ ਲਈ ਹੋਰ ਦ੍ਰਿੜਤਾ ਭਰੀ। ਮਈ ਦੇ ਮਹੀਨੇ ਵਿੱਚ ਉਹ ਫਿਰ ਹਥਿਆਰਬੰਦ ਹੋ ਕੇ ਸਰਗਰਮ ਹੋ ਗਏ। ਜਦੋਂ ਅਬਦਾਲੀ ਲਾਹੌਰ ਵਿੱਚ ਸੀ ਤਾਂ ਉਹਨਾਂ ਨੇ ਸਰਹਿੰਦ ਦੇ ਅਫਗਾਨ ਫੌਜਦਾਰ ਨੂੰ ਹਰਨੌਲਗੜ੍ਹ ਦੇ ਅਸਥਾਨ ਤੇ ਹਾਰ ਦਿੱਤੀ। ਜੱਸਾ ਸਿੰਘ ਆਹਲੂਵਾਲੀਆ ਤੇ ਤਾਰਾ ਸਿੰਘ ਘੇਬਾ ਨੇ ਜਲੰਧਰ ਦੁਆਬ ਲੁੱਟਿਆ। ਭੰਗੀ ਤੇ ਸ਼ੁਕਰ ਚੱਕੀਆ ਸਰਦਾਰਾਂ ਨੇ ਰਾਵੀ ਤੇ ਜੇਹਲਮ ਦੇ ਵਿਚਕਾਰਲੇ ਦੁਆਬਿਆਂ ਤੇ ਕਬਜ਼ਾ ਕਰ ਲਿਆ ਤੇ ਪਾਣੀਪਤ ਤੇ ਕਰਨਾਲ ਵਿਚਕਾਰ ਘੁੰਮਦੇ ਫਿਰਦੇ ਸਿੱਖ ਘੋੜਸਵਾਰ ਦਲਾਂ ਨੇ ਲਾਹੌਰ ਤੇ ਦਿੱਲੀ ਵਿੱਚ
संपर्क ते संचार दा सिलसिला असंभव बना दिता। पिछली बसंत रुੱਤ ਵਿੱਚ ਘੱਲੂਘਾਰੇ ਨਾਲ ਹੋਈ ਤਬਾਹੀ ਦੇ ਬਾਵਜੂਦ ਆ ਰਹੀ ਪਤਝੜ ਸਮੇਂ ਸਿੱਖਾਂ ਵਿੱਚ ਦੀਵਾਲੀ ਮਨਾਉਣ ਲਈ ਭਾਰੀ ਗਿਣਤੀ ਵਿੱਚ ਅੰਮ੍ਰਿਤਸਰ ਜਾ ਕੇ ਮੁੜ ਭਰੋਸਾ ਪੈਦਾ ਹੋ ਗਿਆ। ਅਬਦਾਲੀ ਨੇ ਸਿੱਖਾਂ ਨੂੰ ਮਨਾਉਣ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਤੇ ਆਪਣਾ ਏਲਚੀ ਸੁਲ੍ਹਾ ਦੀ ਸੰਧੀ ਦੀਆਂ ਤਜਵੀਰਾਂ ਦੇ ਕੇ ਭੇਜਿਆ। ਸਿੱਖ ਅਫਗਾਨਾਂ ਨਾਲ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਸਨ ਤੇ ਉਸ ਦੇ ਦੂਤ ਦਾ ਉਹਨਾਂ ਨੇ ਅਪਮਾਨ ਵੀ ਕੀਤਾ। ਅਬਦਾਲੀ ਨੇ ਹੋਰ ਸਮਾਂ ਬਰਬਾਦ ਨਾ ਕੀਤਾ ਤੇ ਅੰਮ੍ਰਿਤਸਰ ਸ਼ਹਿਰ ਦੇ ਬਾਹਰੋਂ ਹੀ ਮੁੜ ਗਿਆ। ਅੰਮ੍ਰਿਤਸਰ ਦੀ ਲੜਾਈ ਸੰਪੂਰਨ ਸੂਰਜ ਗ੍ਰਹਿਣ ਹੋਣ ਕਰਕੇ ਹਨੇਰੇ ਵਿੱਚ ਲੜੀ ਗਈ ਸੀ। ਇਹ ਲੜਾਈ ਉਸ ਸਮੇਂ ਹੀ ਖਤਮ ਹੋਈ ਜਦੋਂ ਸੂਰਜ ਵਿਹੂਣੇ ਦਿਨ ਪਿੱਛੋਂ ਚੰਨ ਚਾਨਣੀ ਰਹਿਤ ਅੰਧੇਰੀ ਰਾਤ ਛਾ ਗਈ ਤੇ ਦੋਵੇਂ ਦੁਸ਼ਮਣ ਪਿੱਛੇ ਹਟ ਗਏ। ਸਿੱਖ ਲੱਖੀ ਜੰਗਲਾਂ ਦੇ ਗੁਪਤ ਟਿਕਾਣਿਆਂ ਤੇ ਚਲੇ ਗਏ ਤੇ ਅਬਦਾਲੀ ਲਾਹੌਰ ਦੀ ਚਾਰ ਦੀਵਾਰੀ ਦੇ ਅੰਦਰ ਸ਼ਹਿਰ ਵਿੱਚ ਜਾ ਲੁਕਿਆ। ਅਫਗਾਨਿਸਤਾਨ ਵਿੱਚ ਬਗਾਵਤ ਦੀਆਂ ਖਬਰਾਂ ਨੇ ਅਬਦਾਲੀ ਨੂੰ ਪੰਜਾਬ ਤੋਂ ਜਾਣ ਲਈ ਮਜਬੂਰ ਕਰ ਦਿੱਤਾ। ਉੱਤਰੀ ਭਾਰਤ ਦੇ ਸ਼ਾਸਨ ਦਾ ਵੇਰਵੇ ਅਨੁਸਾਰ ਪ੍ਰਬੰਧ ਕਰਕੇ ਉਹ 12 ਦਸੰਬਰ 1762 ਨੂੰ ਲਾਹੌਰ ਤੋਂ ਚਲਾ ਗਿਆ। ਉਸ ਨੇ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਤੇ ਦੂਸਰੇ ਜ਼ਿਲ੍ਹਿਆਂ ਨੂੰ ਅਫਗਾਨ ਅਧਿਕਾਰੀਆਂ ਤੇ ਰਾਜਪੂਤ ਸਮਰਥਕਾਂ ਵਿੱਚ ਵੰਡ ਦਿੱਤਾ। ਅਬਦਾਲੀ ਵਜੋਂ ਇਹ ਨਿਯੁਕਤੀਆਂ ਕਰਨ ਤੋਂ ਇਹ ਪਤਾ ਲੱਗਦਾ ਹੈ ਕਿ ਨਿਰਸੰਦੇਹ ਸੈਨਿਕ ਪ੍ਰਤਿਭਾ ਦਾ ਮਾਲਕ ਅਬਦਾਲੀ ਇੱਕ ਪ੍ਰਬੰਧਨ ਵਜੋਂ ਕਿਤਨਾ ਅਯਥਾਰਥ ਸੀ। ਇਹਨਾਂ ਜ਼ਿਲ੍ਹਿਆਂ ਵਿੱਚ ਉਹਦੀ ਵੁਕਤ ਇਤਨੀ ਵੀ ਨਹੀਂ ਸੀ ਜਿਤਨਾ ਮੁੱਲ ਉਸ ਕਾਗਜ਼ ਦਾ ਸੀ ਜਿਸ ਉੱਪਰ ਉਸ ਵੱਲੋਂ ਨਿਯੁਕਤੀਆਂ ਦੇ ਹੁਕਮ ਲਿਖੇ ਗਏ ਸਨ। 1763 ਦੀ ਬਹਾਰ ਰੁੱਤ ਤੱਕ ਅਬਦਾਲੀ ਦੇ ਨਿਯੁਕਤ ਕੀਤੇ ਵਿਅਕਤੀਆਂ ਦੀ ਹਕੂਮਤ ਉਹਨਾਂ ਦੇ ਡੇਰਿਆਂ ਤੱਕ ਹੀ ਸੁੰਗੜ ਕੇ ਰਹਿ ਗਈ। ਪੰਜਾਬ ਵਿੱਚ ਅਫਗਾਨਾਂ ਦਾ ਸਭ ਤੋਂ ਵਧੇਰੇ ਪ੍ਰਭਾਵ ਖੇਤਰ ਕਸੂਰ ਉੱਪਰ ਹਰੀ ਸਿੰਘ ਭੰਗੀ ਦਾ ਕਬਜ਼ਾ ਹੋ ਗਿਆ। ਉਹਦੇ ਹੱਥ ਇਤਨਾ ਭਾਰੀ ਖਜ਼ਾਨਾ ਆਇਆ ਜੋ ਉਸ ਲਈ ਕਈ ਮੁਹਿੰਮਾਂ ਦਾ ਖਰਚਾ ਪੂਰਾ ਕਰਨ ਲਈ ਕਾਫੀ ਸੀ। ਜਲੰਧਰ ਦੁਆਬ ਉੱਪਰ ਜੱਸਾ ਸਿੰਘ ਆਹਲੂਵਾਲੀਆ ਨੇ ਦੁਬਾਰਾ ਅਧਿਕਾਰ ਕਰ ਲਿਆ। ਨਵੰਬਰ 1763 ਵਿੱਚ ਚੜ੍ਹਤ ਸਿੰਘ ਸ਼ੁਕਰ ਚੱਕੀਆ ਤੇ ਭੰਗੀਆਂ ਨੇ ਮਿਲ ਕੇ ਭੀਖਣ ਖਾ ਮਲੇਰਕੋਟਲੇ ਨੂੰ ਹਰਾਇਆ ਤੇ ਮਾਰ ਦਿੱਤਾ ਤੇ ਫਿਰ ਮਰਿੰਡਾ ਲੁੱਟਿਆ। ਪਹਿਲਾਂ ਵਾਂਗ ਫਿਰ ਇੱਕ ਵਾਰ ਸਿੱਖਾਂ ਨੇ ਆਪਣਾ ਗੁੱਸਾ ਸਰਹਿੰਦ ਉੱਪਰ ਕੱਢਿਆ ਤੇ ਉਸ ਨੂੰ ਜਨਵਰੀ 1764 ਵਿੱਚ ਦੁਬਾਰਾ ਜਿੱਤਿਆ। ਗੁਰੂ ਗੋਬਿੰਦ ਸਿੰਘ ਦੇ ਬੇਟਿਆਂ ਦੇ ਸ਼ਹੀਦੀ ਅਸਥਾਨ ਤੇ ਗੁਰਦੁਆਰਾ ਉਸਾਰਿਆ ਗਿਆ ਤੇ ਉਸ ਦਾ ਨਾਮ ਫਤਿਹਗੜ੍ਹ ਰੱਖਿਆ ਗਿਆ। ਸਰਹਿੰਦ ਉੱਪਰ ਜਿੱਤ ਪ੍ਰਾਪਤ ਕਰਨ ਪਿੱਛੋਂ ਸਿੱਖਾਂ ਨੇ ਲਾਹੌਰ ਨੂੰ ਆ ਘੇਰਿਆ ਤੇ ਕਾਬਲੀ ਮੱਲ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਦਿੱਤਾ। ਹੁਣ ਉਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ। ਹੁਣ ਸਿੰਧ ਤੋਂ ਜਮਜਮਾ ਤੱਕ ਤੇ ਹਿਮਾਲਿਆ ਤੋਂ ਪੰਜਾਬ ਦੇ 5 ਦਰਿਆਵਾਂ ਦੇ ਸੰਗਮ ਤੱਕ ਮੁਲਤਾਨ ਤੋਂ ਪਰੇ ਤੱਕ ਫੈਲੇ ਹੋਏ ਸਭ ਇਲਾਕੇ ਸਿੱਖਾਂ ਦੇ ਅਧਿਕਾਰ ਵਿੱਚ ਸਨ। ਪਰ ਸਿੱਖਾਂ ਦੇ ਆਪਣੀਆਂ ਜਿੱਤਾਂ ਦੇ ਜਸ਼ਨ ਦੀਵਾਲੀ ਸਮੇਂ ਮਨਾਉਣ ਤੋਂ ਪਹਿਲਾਂ ਫਿਰ ਅਬਦਾਲੀ ਨੇ ਇੱਕ ਹੋਰ ਹਮਲਾ ਕਰ ਦਿੱਤਾ। 1764 ਵਿੱਚ ਅਬਦਾਲੀ ਦਾ 7ਵਾਂ ਹਮਲਾ। ਸਿੱਖ ਦੁਬਾਰਾ ਲਾਹੌਰ ਤੇ ਕਾਬਜ਼ ਹੋ ਜਾਂਦੇ ਹਨ ਤੇ ਦਿੱਲੀ ਤੋਂ ਪਰੇ ਵੀ ਆਪਣੀਆਂ ਕਾਰਵਾਈਆਂ ਕਰਦੇ ਹਨ। ਅਕਤੂਬਰ 1764 ਵਿੱਚ 18,000 ਅਫਗਾਨਾਂ ਦੀ ਫੌਜ ਨੇ ਸਿੰਧ ਪਾਰ ਕੀਤਾ ਤੇ ਐਮਨਾਬਾਦ ਨੇੜੇ ਉਹਨਾਂ ਨਾਲ ਕੁਲਾਤ ਦੇ ਹਾਕਮ ਨਾਸਿਰ ਖਾਂ ਬਲੋਚੀ ਦੀ ਅਗਵਾਈ ਵਿੱਚ 12,000 ਹੋਰ ਕਬਾਇਲੀਆਂ ਆ ਮਿਲੇ। ਉਹ ਲਾਹੌਰ ਵੱਲ ਵੀ ਵਧੇ ਜਿੱਥੇ ਕਾਬਲੀ ਮੱਲ ਨੇ ਉਹਨਾਂ ਦਾ ਸਵਾਗਤ ਕੀਤਾ। ਸਿੱਖਾਂ ਨੇ ਆਪਣੇ ਪਹਿਲਾਂ ਵਰਗੇ ਹੀ ਤੰਗ ਪਰੇਸ਼ਾਨ ਕਰਨ ਦੇ ਢੰਗ ਤਰੀਕੇ ਅਪਣਾਏ। ਲੱਖੀ ਜੰਗਲਾਂ ਵਿੱਚ ਮੋਰਚੇ ਲਾ ਕੇ ਬੈਠ ਗਏ ਤੇ ਸਿੱਖਾਂ ਦਾ ਇੱਕ ਹਿੱਸਾ ਅਫਗਾਨਾਂ ਤੇ ਬਲੋਚੀਆਂ ਉੱਪਰ ਹਮਲਾ ਕਰਨ ਲੱਗਾ। ਉਹ ਚੋਰਾਂ ਵਾਂਗ ਚੁੱਪਚਾਪ ਆਉਂਦੇ ਤੇ ਬਘਿਆੜਾਂ ਵਾਂਗ ਹਮਲਾ ਕਰਦੇ। ਨੂਰ ਮੁਹੰਮਦ ਨੇ ਲਿਖਿਆ ਹੈ, 1 ਮਹੀਨਾ ਲੁਕਣ ਮਿਚੀ ਦੀ ਲੜਾਈ ਲੜਨ ਪਿੱਛੋਂ ਅਬਦਾਲੀ ਅੰਮ੍ਰਿਤਸਰ ਲਈ ਚੱਲ ਪਿਆ। ਸਾਰੇ ਰਾਹ ਉਸ ਨੂੰ ਪਰੇਸ਼ਾਨ ਕੀਤਾ ਗਿਆ। ਇਹ ਉਹ ਆਦਮੀ ਸਨ ਜਿਨ੍ਹਾਂ ਨੇ 2 ਸਾਲ ਪਹਿਲਾਂ
150 ਮੀਲ ਤੱਕ ਦਾ ਸਫ਼ਰ 2 ਦਿਨਾਂ ਵਿੱਚ ਮੁਕਾਇਆ ਸੀ। ਹੁਣ ਉਹਨਾਂ ਨੂੰ 35 ਮੀਲ ਦੂਰ ਪਹੁੰਚਣ ਵਿੱਚ 4 ਦਿਨ ਲੱਗੇ ਸਨ। ਅਫਗਾਨਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਤਾਂ ਜੋ ਸਿੱਖ ਬਚ ਕੇ ਨਾ ਜਾ ਸਕਣ। ਫਿਰ ਕੁਝ ਦਸਤੇ ਬੜੇ ਸੰਕੋਚ ਨਾਲ ਡਰਦੇ ਡਰਦੇ ਵੀਰਾਨ ਤੇ ਟੇਢੇ ਵਿੰਗੇ ਬਾਜ਼ਾਰਾਂ ਗਲੀਆਂ ਵਿੱਚੋਂ ਲੰਘਦੇ ਹੋਏ ਹਰਮੰਦਰ ਵੱਲ ਵਧੇ। ਜੋ ਕੁਝ ਉਹਨਾਂ ਨੇ ਹਰਮੰਦਰ ਵਿੱਚ ਜਾ ਕੇ ਵੇਖਿਆ ਤਾਂ ਅਫਗਾਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦਾ ਕਿਸ ਕਿਸਮ ਦੇ ਲੋਕਾਂ ਨਾਲ ਵਾਹ ਪਿਆ ਸੀ। ਹਰਮੰਦਰ ਦੇ ਪ੍ਰਵੇਸ਼ ਦੁਆਰ ਦੀ ਰਾਖੀ ਕਰਦੇ ਸਿਰਫ 30 ਸਿੱਖ ਸਨ ਤੇ ਉਹਨਾਂ ਦੇ ਚਿਹਰਿਆਂ ਤੇ ਰਤਾ ਭੈ ਵੀ ਨਹੀਂ ਸੀ। ਉਹ ਉੱਥੇ ਆਪਣੇ ਗੁਰੂਆਂ ਲਈ ਜਾਨ ਵਾਰਨ ਲਈ ਤਿਆਰ ਬੈਠੇ ਸਨ। ਖੇਮਕਰਨ ਦੇ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ 30 ਆਦਮੀ ਲੜਦੇ ਹੋਏ ਸਿੱਖ ਇਤਿਹਾਸ ਦੇ ਸਤਿਕਾਰਯੋਗ ਸ਼ਹੀਦਾਂ ਵਿੱਚ ਸ਼ਾਮਿਲ ਹੋਏ। ਅਫਗਾਨਾਂ ਨੇ ਤੀਸਰੀ ਵਾਰ ਹਰਮੰਦਰ ਨੂੰ ਬਰੂਦ ਨਾਲ ਉਡਾਇਆ ਤੇ ਸਰੋਵਰ ਨੂੰ ਗਊਆਂ ਮਾਰ ਕੇ ਭਰ ਦਿੱਤਾ। ਅੰਮ੍ਰਿਤਸਰ ਚੋਂ ਉਹਨਾਂ ਨੂੰ 30 ਸਿੱਖਾਂ ਤੇ ਕੁਝ ਲੁੱਟ ਦੇ ਮਾਲ ਤੋਂ ਬਿਨਾਂ ਕੁਝ ਹੱਥ ਨਾ ਆਇਆ। ਅਬਦਾਲੀ ਬਟਾਲੇ ਵੱਲ ਅੱਗੇ ਵਧਿਆ ਤੇ ਬੜੇ ਵਹਿਸੀਆਨਾ ਢੰਗ ਨਾਲ ਮੁਲਕ ਲੁੱਟਦਾ ਤੇ ਬਰਬਾਦ ਕਰਦਾ ਚਲਿਆ ਗਿਆ। ਨੂਰ ਮੁਹੰਮਦ ਲਿਖਦਾ ਹੈ, ਫੌਜ ਜਿੱਧਰ ਵੀ ਗਈ ਲੋਕਾਂ ਨੂੰ ਦਿਨ ਦਿਹਾੜੇ ਕਤਲ ਕਰਦੀ ਗਈ। ਸਿੱਖਾਂ ਤੇ ਗੈਰ ਸਿੱਖਾਂ ਵਿੱਚ ਕੋਈ ਭਿੰਨ ਭੇਦ ਨਾ ਕੀਤਾ ਗਿਆ। ਲੋਕ ਨੱਠ ਗਏ ਤੇ ਜਿੱਥੇ ਵੀ ਉਹ ਲੁਕ ਸਕੇ ਲੁਕ ਗਏ। ਜਹਾਦੀਆਂ ਦੇ ਹੱਥ ਜੋ ਮਾਲ ਲੱਗਾ ਉਸ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਸੀ। ਭਾਵੇਂ ਆਦਮੀ ਸੀ ਜਾਂ ਪਸ਼ੂ, ਸਭ ਗੁੜ ਖਾ ਕੇ ਤੇ ਗੰਨੇ ਚੂਪ ਕੇ ਹੀ ਗੁਜ਼ਾਰਾ ਕਰਦੇ ਰਹੇ। ਹਰ ਛੋਟੇ ਛੋਟੇ ਦਾਸਾਂ ਤੇ ਦਾਸੀਆਂ ਦੇ ਢਿੱਡ ਮਾਸ, ਗੰਨਾ, ਗੁੜ ਤੇ ਤਿਲਾਂ ਨਾਲ ਭਰੇ ਹੋਏ ਸਨ। ਅਫਗਾਨਾਂ ਤੇ ਬਲੋਚੀਆਂ ਦੇ ਕਹਿਰ ਨੂੰ ਇੱਕ ਕਹਾਵਤ ਵਿੱਚ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਅਹਿਮਦ ਸ਼ਾਹ ਅਬਦਾਲੀ ਬੜੇ ਆਨੰਦ ਨਾਲ ਜਲੰਧਰ ਦੁਆਬੇ ਵੱਲ ਹਿਰਨਾਂ ਤੇ ਸ਼ੇਰਾਂ ਦਾ ਸ਼ਿਕਾਰ ਕਰਦਾ ਹੋਇਆ ਤੇ ਮੁਲਕ ਲੁੱਟਦਾ ਹੋਇਆ ਅੱਗੇ ਵਧਿਆ। ਉਹ ਹਿਮਾਲਿਆ ਦੀ ਤਲਹੱਟੀ ਦੇ ਨਾਲ ਪਿੰਜੌਰ ਵੱਲ ਦੀ ਹੁੰਦਾ ਹੋਇਆ ਫਰਵਰੀ 1765 ਨੂੰ ਕੁੰਜਪੁਰਾ ਪਹੁੰਚਿਆ। ਬਹਾਰ ਰੁੱਤ ਦੀ ਗਰਮ ਹਵਾ ਨੇ ਅਫਗਾਨਾਂ ਨੂੰ ਚੇਤੇ ਕਰਵਾ ਦਿੱਤਾ ਕਿ ਛੇਤੀ ਹੀ ਗਰਮੀ ਦੀ ਰੁੱਤ ਆਉਣ ਵਾਲੀ ਸੀ ਤੇ ਅੱਗ ਦੀ ਭੱਠੀ ਦਾ ਨਰਕ ਬਣਿਆ ਪੰਜਾਬ ਉਹਨਾਂ ਦੇ ਵੈਰੀ ਸਿੱਖਾਂ ਲਈ ਵਰਦਾਨ ਬਣ ਜਾਏਗਾ। ਨਾਸਿਰ ਖਾਂ ਨੇ ਅਬਦਾਲੀ ਨੂੰ ਸਲਾਹ ਦਿੱਤੀ ਕਿ ਉਹ ਸਿੱਖਾਂ ਉੱਪਰ ਜਿੱਤ ਪਾਉਣ ਦਾ ਕੰਮ ਆਪਣੇ ਸਾਥੀਆਂ ਰੋਹੇਲਿਆਂ, ਜਾਟਾਂ, ਮਰਾਠਿਆਂ ਤੇ ਆਲਾ ਸਿੰਘ ਉੱਪਰ ਛੱਡ ਦੇਵੇ, ਕਿਉਂਕਿ ਕਿਸੇ ਮੁਲਕ ਦੇ ਖਰਗੋਸ਼ ਨੂੰ ਫੜਨ ਲਈ ਉਸ ਦੇਸ਼ ਦਾ ਸ਼ਿਕਾਰੀ ਕੁੱਤਾ ਹੀ ਸਫਲ ਹੁੰਦਾ ਹੈ। ਅਬਦਾਲੀ ਨੇ ਉਹਦੀ ਸਲਾਹ ਮੰਨ ਲਈ ਤੇ ਆਲਾ ਸਿੰਘ ਦੇ ਇਲਾਕੇ ਵੱਲ ਚੱਲ ਪਿਆ। ਉਹ ਸਰਹਿੰਦ ਵਿੱਚੋਂ ਲੰਘਿਆ ਜਿਸ ਨੂੰ ਸਿੱਖਾਂ ਨੇ ਪਹਿਲਾਂ ਹੀ ਹਮਲਾ ਕਰਕੇ ਉਜਾੜ ਛੱਡਿਆ ਸੀ। ਨੂਰ ਮੁਹੰਮਦ ਨੇ ਲਿਖਿਆ ਸੀ, ਸਾਰਾ ਸ਼ਹਿਰ ਤਬਾਹ ਹੋਇਆ ਪਿਆ ਸੀ। ਉੱਥੇ ਇੱਕ ਉੱਲੂ ਤੋਂ ਬਿਨਾਂ ਨਾ ਤਾਂ ਕੋਈ ਆਦਮੀ ਤੇ ਨਾ ਹੀ ਕੋਈ ਪੰਛੀ ਦਿਖਾਈ ਦਿੰਦਾ ਸੀ। ਜਦੋਂ ਮੈਂ ਸ਼ਾਨਦਾਰ ਦਰਗਾਹਾਂ ਵੇਖੀਆਂ ਤਾਂ ਮੈਨੂੰ ਹਰ ਮਕਬਰੇ ਵਿੱਚੋਂ ਸਵਰਗੀ ਹਵਾ ਆਉਂਦੀ ਮਹਿਸੂਸ ਹੋਈ। ਸ਼ਹਿਰ ਦੇ ਸ਼ਾਹੀ ਮਹਿਲ, ਬਾਗ ਬਗੀਚੇ ਤੇ ਪਾਣੀ ਦੇ ਸਰੋਵਰ ਸਭ ਬਰਬਾਦ ਹੋਏ ਪਏ ਸਨ। ਆਲਾ ਸਿੰਘ ਨੇ ਅਫਗਾਨ ਦੇ ਬਦਲੇ ਹੋਏ ਰੌਅ ਦਾ ਲਾਭ ਉਠਾ ਕੇ ਆਪਣੀ ਜਗੀਰ ਵਿੱਚ ਵਾਧਾ ਕਰਵਾ ਲਿਆ। ਉਸ ਨੂੰ ਰਾਜੇ ਦੀ ਉਪਾਧੀ ਬਖਸ਼ੀ ਗਈ ਤੇ ਉਸ ਨੂੰ ਸ਼ਾਹੀ ਚਿੰਨ੍ਹ ਵਜੋਂ ਨਗਾਰਾ ਤੇ ਨਿਸ਼ਾਨ ਬਖਸ਼ਿਆ ਗਿਆ। ਉਹ ਅਫਗਾਨਾਂ ਨੂੰ 3.25 ਲੱਖ ਖਿਰਾਜ ਦੇਣਾ ਮੰਨ ਗਿਆ। ਅਬਦਾਲੀ ਆਪਣੇ ਮੁਲਕ ਵੱਲ ਵਾਪਸੀ ਸਫ਼ਰ ਤੇ ਤੁਰ ਪਿਆ। ਜਿਉਂ ਹੀ ਉਸਨੇ ਸਤਲੁਜ ਪਾਰ ਕੀਤਾ, ਸਿੱਖ ਉਹਦੀਆਂ ਮੋਹਰਾਂ ਤੇ ਜਾ ਚੜੇ। ਅਫਗਾਨ ਪਰੇਸ਼ਾਨ ਹੋ ਗਏ। ਅਬਦਾਲੀ ਗਰਜਿਆ, ਇਹ ਕੀ, ਮੇਰੇ ਆਪਣੇ ਰਾਜ ਵਿੱਚ ਮੇਰੀ ਆਪਣੀ ਪਾਲਕੀ ਸਿੱਖਾਂ ਦੇ ਡਰ ਕਾਰਨ ਕੰਬ ਰਹੀ ਹੈ। ਮੈਂ ਇਹਨਾਂ ਕਾਫਰਾਂ ਨੂੰ ਐਸੀ ਮਾਰ ਮਾਰਾਂਗਾ ਕਿ ਉਹਨਾਂ ਦੇ ਸਰੀਰ ਦੀਆਂ ਹੱਡੀਆਂ ਰੂੰ ਦੇ ਫੰਬੇ ਬਣ ਜਾਣਗੀਆਂ। ਸਾਰੀਆਂ ਮਿਸਲਾਂ ਦੇ ਸਰਦਾਰ ਜਿਵੇਂ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਹਰੀ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ, ਗੁੱਜਰ ਸਿੰਘ ਤੇ ਗੁਲਾਬ ਸਿੰਘ ਆਦਿ ਭੰਗੀ ਸਰਦਾਰਾਂ, ਜੈ ਸਿੰਘ ਘਨਈਆ ਤੇ ਜੱਸਾ ਸਿੰਘ ਰਾਮਗੜੀਆ ਨੇ ਇਸ ਲੜਾਈ ਵਿੱਚ ਭਾਗ ਲਿਆ।
ਇਹ ਅਬਦਾਲੀ ਦੇ ਅਨੁਕੂਲ ਤੇ ਪਸੰਦ ਦੀ ਲੜਾਈ ਨਹੀਂ ਸੀ, ਕਿਉਂਕਿ ਸਿੱਖ ਕਿਸੇ ਥਾਂ ਤੇ ਡਟ ਕੇ ਰਵਾਇਤੀ ਢੰਗ ਨਾਲ ਨਹੀਂ ਲੜੇ ਸਨ। ਨੂਰ ਮੁਹੰਮਦ ਨੇ ਲਿਖਿਆ ਸੀ, ਉਹ ਸ਼ੇਰ ਵਾਂਗ ਆਉਂਦੇ ਤੇ ਲੂੰਬੜ ਵਾਂਗ ਦੌੜ ਜਾਂਦੇ। ਉਹ 7 ਦਿਨ 2.5 ਫੱਟਾਂ ਦੀ ਲੜਾਈ ਲੜਦੇ ਰਹੇ, ਹਮਲਾ ਕਰਦੇ ਤੇ ਮਾਰ ਕੇ ਭੱਜ ਜਾਂਦੇ। ਜੇ ਤੁਸੀਂ ਲੜਾਈ ਦਾ ਢੰਗ ਸਿੱਖਣਾ ਚਾਹੁੰਦੇ ਹੋ ਤਾਂ ਯੁੱਧ ਵਿੱਚ ਉਹਨਾਂ ਦੇ ਸਾਹਮਣੇ ਆਓ। ਉਹਨਾਂ ਵਿੱਚੋਂ ਹਰ ਇੱਕ ਦਾ ਸਰੀਰ ਚਟਾਨ ਵਰਗਾ ਹੈ ਤੇ ਸਰੀਰ ਸ਼ਾਨੋ ਸ਼ੌਕਤ ਵਿੱਚ ਇੱਕ ਸਿੱਖ 50 ਆਦਮੀਆਂ ਦੇ ਬਰਾਬਰ ਹੈ। ਜੇ ਉਹਨਾਂ ਦੀ ਫੌਜ ਮੈਦਾਨ ਚੋਂ ਭੱਜਦੀ ਹੈ ਤਾਂ ਇਹ ਭੁਲੇਖਾ ਨਾ ਖਾਓ ਕਿ ਉਹ ਮੈਦਾਨ ਛੱਡ ਗਏ ਹਨ। ਇਹ ਉਹਨਾਂ ਦੀ ਲੜਾਈ ਦਾ ਪੈਂਤੜਾ ਹੈ। ਅਬਦਾਲੀ ਸਿੱਧਾ ਸਰਹੱਦ ਵੱਲ ਵੱਧਦਾ ਗਿਆ। ਉਸਨੇ ਆਪਣੇ ਸਾਥੀਆਂ ਨੂੰ ਸਿੱਖਾਂ ਨਾਲ ਨਿਪਟਣ ਦੀਆਂ ਬਹੁਤ ਸਲਾਹਾਂ ਦਿੱਤੀਆਂ, ਨਸੀਹਤਾਂ ਕੀਤੀਆਂ ਤੇ ਜਗੀਰਾਂ ਬਖਸ਼ੀਆਂ। ਉਸ ਨੇ ਉਸ ਦੀਆਂ ਨਸੀਹਤਾਂ ਸਤਿਕਾਰ ਨਾਲ ਸੁਣੀਆਂ, ਪਰ ਉਸ ਦੀਆਂ ਜਗੀਰਾਂ ਦੀ ਬਹੁਤੀ ਪਰਵਾਹ ਨਾ ਕੀਤੀ, ਕਿਉਂਕਿ ਉਹ ਜਾਣਦੇ ਸਨ ਕਿ ਪੰਜਾਬ ਦੇ ਪਰਗਣੇ ਹੁਣ ਸ਼ਾਹ ਦੇ ਨਹੀਂ ਰਹੇ ਜੋ ਉਹ ਵੰਡ ਸਕੇ। ਅਬਦਾਲੀ ਦੀ ਵਾਪਸੀ ਤੋਂ ਕੁਝ ਦਿਨ ਪਿੱਛੋਂ 10 ਅਪ੍ਰੈਲ 1766 ਨੂੰ ਵਿਸਾਖੀ ਸਮੇਂ ਸਰਬੱਤ ਖਾਲਸੇ ਦਾ ਸਾਲਾਨਾ ਸਮਾਗਮ ਹੋਇਆ। ਆਖਰੀ ਅਫਗਾਨ ਹਮਲੇ ਦੇ ਤਜਰਬੇ ਨੇ ਸਿੱਖਾਂ ਵਿੱਚ ਵਿਸ਼ਵਾਸ ਲੈ ਆਂਦਾ ਸੀ। ਉਹਨਾਂ ਨੇ ਹਰਮੰਦਰ ਦਾ ਸਰੋਵਰ ਸਾਫ਼ ਕਰਵਾਇਆ ਤੇ ਕਾਫੀ ਖਰਚ ਕਰਕੇ ਹਰਮੰਦਰ ਦੀ ਪੁਨਰ ਉਸਾਰੀ ਕਰਵਾਈ। 12 ਵਿੱਚੋਂ 6 ਮਿਸਲਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਅੰਮ੍ਰਿਤਸਰ ਵਿੱਚ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ। ਧਾਰਮਿਕ ਰੀਤਾਂ ਤੇ ਲੰਗਰ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਤੇ ਸ਼ੁਰੂ ਕੀਤੇ ਗਏ। ਸਰਬੱਤ ਖਾਲਸਾ ਨੇ ਅਬਦਾਲੀ ਦੇ ਸੂਬੇਦਾਰ ਦੀ ਗੈਰ ਹਾਜ਼ਰੀ ਵਿੱਚ ਲਾਹੌਰ ਤੇ ਕਬਜ਼ਾ ਕਰਨ ਦਾ ਫੈਸਲਾ ਕਰ ਲਿਆ। 16 ਅਪ੍ਰੈਲ 1765 ਨੂੰ ਭੰਗੀ, ਗੁੱਜਰ ਸਿੰਘ ਤੇ ਲਹਿਣਾ ਸਿੰਘ ਰਾਜਧਾਨੀ ਵਿੱਚ ਦਾਖਲ ਹੋ ਗਏ। ਅਗਲੇ ਦਿਨ ਉਹਨਾਂ ਨਾਲ ਸੋਭਾ ਸਿੰਘ ਵੀ ਆ ਰਲਿਆ। ਉਹਨਾਂ ਨੇ ਸ਼ਹਿਰ ਦੇ ਮੁਖੀ ਨੇਤਾਵਾਂ ਦੀ ਸਲਾਹ ਮੰਨ ਕੇ ਲੁੱਟ ਦੀ ਮਨਾਹੀ ਕਰ ਦਿੱਤੀ। ਸ਼ਹਿਰੀਆਂ ਨੇ ਦਲੀਲ ਦਿੱਤੀ, ਇਸ ਸ਼ਹਿਰ ਨੂੰ ਗੁਰੂ ਜੀ ਕਾ ਪੰਘੂੜਾ ਕਿਹਾ ਜਾਂਦਾ ਹੈ। ਉਹਨਾਂ ਦਾ ਭਾਵ ਇਸ ਤੱਥ ਵੱਲ ਇਸ਼ਾਰਾ ਕਰਨਾ ਸੀ ਕਿ ਲਾਹੌਰ ਚੌਥੇ ਗੁਰੂ ਰਾਮਦਾਸ ਦਾ ਜਨਮ ਅਸਥਾਨ ਸੀ। ਜੇ ਤੁਸੀਂ ਇਸ ਦੀ ਸਾਂਭ ਸੰਭਾਲ ਕਰੋਗੇ ਤਾਂ ਤੁਸੀਂ ਵਧੋ ਫੁੱਲੋਗੇ, ਪਰ ਜੇ ਤੁਸੀਂ ਇਸ ਨੂੰ ਉਜਾੜਤਾ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ। ਸ਼ਹਿਰ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਲਹਿਣਾ ਸਿੰਘ ਨੇ ਸ਼ਹਿਰ ਦਾ ਕੇਂਦਰੀ ਭਾਗ ਲੈ ਲਿਆ, ਜਿਸ ਵਿੱਚ ਕਿਲ੍ਹਾ ਸੀ। ਗੁੱਜਰ ਸਿੰਘ ਨੇ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਤੇ ਸ਼ਾਲਾਮਾਰ ਬਾਗ ਤੱਕ ਦਾ ਸਾਰਾ ਪੂਰਬੀ ਭਾਗ ਤੇ ਸੋਭਾ ਸਿੰਘ ਨੇ ਦੱਖਣ ਦਾ ਭਾਗ ਲੈ ਲਿਆ, ਜੋ ਨਿਆਜ਼ਬੇਗ ਤੱਕ ਫੈਲਿਆ ਹੋਇਆ ਸੀ। ਸਰਦਾਰਾਂ ਨੇ ਆਪਣੇ ਧਰਮ ਦੇ ਬਾਨੀ ਤੇ ਖਾਲਸਾ ਪੰਥ ਦੇ ਸਿਰਜਕ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਲਹਿਣਾ ਸਿੰਘ, ਜਿਸ ਕੋਲ ਸ਼ਹਿਰ ਦਾ ਮਹੱਤਵਪੂਰਨ ਹਿੱਸਾ ਸੀ, ਸਭ ਤੋਂ ਯੋਗ ਤੇ ਪ੍ਰਤੀਬੁੱਧ ਪ੍ਰਬੰਧਕ ਸਾਬਿਤ ਹੋਇਆ। ਉਸ ਵਿੱਚ ਕੋਈ ਧਾਰਮਿਕ ਪੱਖਪਾਤ ਨਹੀਂ ਸੀ।